ਲੌਜਿਸਟਿਕਸ ਬਾਰੇ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ, ਕਿਉਂਕਿ ਇੱਕ ਆਦਮੀ ਫਰਾਰੀ ਦੇ ਵਿੱਚ ਬੈਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਸੁਨੇਹੇ ਨਹੀਂ ਦੇ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਾਈਡ ਨਹੀਂ ਕਰ ਸਕਦਾ। ਉਹ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਸਰਬਤ ਖਾਲਸਾ ਬੁਲਾਓ। ਹੀ ਇਜ਼ ਟਰਾਈਂਗ ਟੂ ਗਾਈਡ ਦ ਜਥੇਦਾਰ ਫਰੋਮ ਅ ਲੋਕੇਸ਼ਨ ਵਿਚ ਇਜ਼ ਨॉट ਕਲੀਅਰ। ਕਾਢ ਹੈਗੀ ਹੈ ਆਪਣੇ ਮਨ ਦੀ ਜਾਂ ਆਪਣੀ ਸੋਚ ਦੇ ਮੁਤਾਬਕ ਜੇ ਉਹ ਆਜ਼ਾਦ ਹੋ ਕੇ ਚੱਲਦਾ ਪਿਆ, ਇੱਦਾਂ ਸੋਚਦਾ ਪਿਆ ਹੈ, ਤਾਂ ਬਹੁਤ ਵੱਡੀ ਖੁਰਾਫਾਤ ਮੈਨੂੰ ਨਜ਼ਰ ਆਉਂਦੀ ਪਈ ਹੈ। ਇਹਦੇ ਵਿੱਚ ਬਹੁਤ ਵੱਡੀ ਸ਼ਰਾਰਤ ਨਜ਼ਰ ਆਉਂਦੀ ਪਈ ਹੈ ਕਿ ਤੁਸੀਂ ਇੱਕ ਕਹਿ ਸਕਦੇ ਹੋ ਕਿ ਅਗਿਆਤ ਥਾਂ ਤੋਂ ਬੈਠ ਕੇ ਇਨ ਅ ਸਟੇਟ ਆਫ ਜਿਸਨੂੰ ਕਹਿੰਦੇ ਕਿ ਇੱਕ ਲੁਕੋ ਦੀ ਸਥਿਤੀ ਦੇ ਵਿੱਚ ਆਪਰੇਟ ਕਰ ਰਹੇ ਹੋ, ਤੇ ਤੁਸੀਂ ਸਰਵੋੱਚ ਜਾਂ ਜਿਹੜੀ ਸਰਵੋਤਮ ਸਾਡੀਆਂ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੇ ਮੁਖੀਆਂ ਨੂੰ ਗਾਈਡ ਕਰਦੇ ਪਏ ਕਿ ਤੁਸੀਂ ਸਰਬਤ ਖਾਲਸਾ ਦੁਚੀਤੀ ਦੇ ਵਿੱਚ ਸੰਸਦ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਪਾ ਰਹੇ ਹੋ। ਸੋ ਜੇ ਉਹ ਖੁਦ ਇਹ ਕੰਮ ਕਰਦਾ ਪਿਆ ਤਾਂ ਬਹੁਤ ਵੱਡੀ, ਮੈਂ ਇਸ ਨੂੰ ਖੁਰਾਫਾਤ ਤੇ ਸ਼ਰਾਰਤ ਕਹਿਣ ਦੇ ਵਿੱਚ ਮੈਨੂੰ ਕੋਈ ਹਰਜ਼ ਨਹੀਂ ਹੈ। ਸਰਬਤ ਖਾਲਸਾ ਨੂੰ ਇੱਕ ਬੜੇ ਵੱਡੇ ਕੌਜ਼ ਦੇ ਕਾਰਨ ਬੁਲਾਇਆ ਜਾਂਦਾ ਹੈ। ਕਿਸੇ ਫਰਾਰ ਆਦਮੀ ਜਾਂ ਕਿਸੇ ਭਗੌੜੇ ਸ਼ਖਸ ਵੱਲੋਂ ਉਸਦੀ ਆਪਣੀ ਸੁਰੱਖਿਆ ਲਈ ਕਹਿ ਲਈਏ ਜਾਂ ਉਸਦੀ ਆਪਣੀ ਸੇਫਟੀ ਲਈ ਕਹਿ ਲਈਏ, ਉਸ ਲਈ ਸਰਬਤ ਖਾਲਸਾ ਨਹੀਂ ਸੱਦਿਆ ਜਾਂਦਾ। ਸਰਕਾਰ ਦੇ ਉੱਤੇ ਸਵਾਲ ਚੱਕੇ ਨੇ ਵੀ ਆਪਰੇਸ਼ਨ ਅੰਮ੍ਰਿਤਪਾਲ ਤਾਂ ਤੁਸੀਂ ਕੀਤਾ, ਪਰ ਜੇ ਬੁਰਜ ਜਵਾਰ ਸਿੰਘ ਵਾਲੇ ਦੀ ਗੱਲ ਕਰ ਲਈਏ, ਬੇਅਦਬੀ ਦੇ ਮਸਲਿਆਂ ਦੀ ਗੱਲ ਕਰ ਲਈਏ, ਜਾਂ ਮੌੜ ਬੰਬ ਕਾਂਡ ਹੋਇਆ ਸੀ ਉਹਦੀ ਗੱਲ ਕਰ ਲਈਏ, ਉਹਦੇ ਵੀ ਜਿਹੜੇ ਦੋਸ਼ੀ ਨੇ ਉਹ ਫਰਾਰ ਨੇ। ਇਹ ਜਿਹਾ ਆਪਰੇਸ਼ਨ ਉਦੋਂ ਕਿਉਂ ਨਹੀਂ ਵਿੱਢਿਆ ਗਿਆ? ਉਦੋਂ ਇਹ ਜੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਇਹ ਗੱਲ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਵੀ ਜਿਹੜਾ ਵਿਰੋਧੀ ਹੈ ਉਹ ਤਾਕਤਾਂ ਹੈਗੀਆਂ, ਉਹ ਜੇ ਚਲਾਕ ਹੈ, ਜੇ ਸ਼ਾਤਰ ਹੈ, ਤਾਂ ਤੁਹਾਨੂੰ ਠੰਡਾ ਰਹਿਣਾ ਚਾਹੀਦਾ, ਕੌਮ ਨੂੰ ਜਜ਼ਬਾਤੀ ਨਹੀਂ ਹੋਣਾ ਚਾਹੀਦਾ। ਇਹਦੇ 'ਚ ਵਿਰੋਧੀ ਫਿਰ ਕਿਹੜਾ ਹੋਇਆ? ਉਹ ਤਾਕਤਾਂ ਕਿਹੜੀਆਂ ਹੋਈਆਂ ਜਿਹੜੀਆਂ, ਜਿਵੇਂ ਉਹ ਕਹਿ ਰਿਹਾ ਵੀ ਸਿੱਖ ਕੌਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਕਹਿ ਲਓ ਵੀ ਇੱਕ ਪ੍ਰੋਪੋਗੈਂਡਾ ਉਹਨਾਂ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰ ਰਹੀ। ਅੰਮ੍ਰਿਤਪਾਲ ਸਿੰਘ ਦੇ ਨਵੇਂ ਆਡੀਓ ਤੇ ਵੀਡੀਓ ਬਿਆਨ ਸਾਹਮਣੇ ਆਏ ਨੇ, ਜਿਸ ਵਿੱਚ ਉਹਨੇ ਸਾਫ਼ ਕੀਤਾ ਵੀ ਉਹ ਪੁਲਿਸ ਕਸਟਡੀ ਦੇ ਅੰਦਰ ਨਹੀਂ ਹੈ। ਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ। ਅੱਜ ਇਹ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਧਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਤੇ ਜੀ ਸਭ ਤੋਂ ਪਹਿਲੀ ਟਿੱਪਣੀ, ਇੱਕ ਵਾਰ ਫਿਰ ਤੋਂ ਵੀਡੀਓ ਬਿਆਨ ਜਾਰੀ ਕੀਤਾ ਗਿਆ ਅੰਮ੍ਰਿਤਪਾਲ ਸਿੰਘ ਵੱਲੋਂ। ਨਾਲ ਪਹਿਲਾਂ ਆਡੀਓ ਰਿਲੀਜ਼ ਕੀਤੀ ਜਿਸ ਕਿਹਾ ਸੀਗਾ ਵੀ ਮੇਰੀ ਸਿਹਤ ਠੀਕ ਨਹੀਂ, ਦੂਜੀ ਵਾਰ ਵੀਡੀਓ ਤੇ ਗੱਲਬਾਤ ਹੁੰਦੀ ਹੈ। ਇਸ ਤੋਂ ਪਹਿਲੀ ਟਿੱਪਣੀ ਕੀ ਹੈ ਤੁਹਾਡੀ? ਇੱਕ ਫਿਲਮ ਰਿਲੀਜ਼ ਹੋਈ ਸੀ ਬਾਲੀਵੁੱਡ ਦੇ ਵਿੱਚ, ਦ੍ਰਿਸ਼ਮ। ਉਹਦੇ 2 ਭਾਗ ਰਿਲੀਜ਼ ਹੋ ਚੁੱਕੇ ਨੇ, ਦ੍ਰਿਸ਼ਮ 1 ਤੇ ਦ੍ਰਿਸ਼ਮ 2। ਦੇਖੋ, ਆਪਟਿਕਸ ਦਾ ਖੇਡ ਹੈ ਸਾਰਾ ਦਾ ਸਾਰਾ। ਪਹਿਲੀ ਵੀਡੀਓ ਜਾਰੀ ਹੁੰਦੀ ਹੈ, ਦੂਸਰੀ ਵੀਡੀਓ ਜਾਰੀ ਹੁੰਦੀ ਹੈ, ਕਿਹੜੀ ਸਹੀ ਹੈ ਕਿਹੜੀ ਗਲਤ ਹੈ, ਲੋਕ ਇਸ ਚਰਚਾਵਾਂ ਦੇ ਵਿੱਚ ਜੁਟ ਜਾਂਦੇ ਨੇ। ਅੰਮ੍ਰਿਤਪਾਲ ਦਾ ਆਪਣਾ ਜਿਹੜਾ ਫੋਕਸ ਹੈ ਦੂਸਰੀ ਵੀਡੀਓ ਦੇ ਵਿੱਚ ਇਹ ਸਾਬਤ ਕਰਨ ਦੇ ਵਿੱਚ ਹੈ ਕਿ ਪਹਿਲੀ ਵੀਡੀਓ ਉਸ ਦੀ ਪੁਲਿਸ ਦੀ ਕਿਸੇ ਹਿਰਾਸਤ ਦੇ ਵਿੱਚ ਜਾਂ ਕਿਸੇ ਨਿਗਰਾਨੀ ਹੇਠ ਨਹੀਂ ਬਣੀ ਹੈ, ਬਲਕਿ ਉਹ ਆਜ਼ਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੈ। ਇਸ ਤਰੀਕੇ ਦੀਆਂ ਗੱਲਾਂ ਕਰਦਾ ਹੋਇਆ ਦੁਬਾਰਾ ਉਸੇ ਗੱਲ ਨੂੰ ਰਿਪੀਟ ਕਰ ਰਿਹਾ ਜੋ ਕਿ ਪਹਿਲੀ ਵੀਡੀਓ ਦੇ ਵਿੱਚ ਉਹ ਫੋਕਸ ਕਰਦਾ ਹੈ। ਸਰਬਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੱਦਿਆ ਜਾਏ, ਬੁਲਾਇਆ ਜਾਏ। ਸੋ ਇਹ ਸਾਰੀਆਂ ਸਫਾਈਆਂ ਉਹ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਦੇਖੋ, ਬਹੁਤ ਮਹੱਤਵਪੂਰਨ ਜਿਹੜੀ ਗੱਲ ਹੈ ਕਿ ਇਹਨਾਂ ਵੀਡੀਓਜ਼ ਦੇ ਉੱਤੇ ਅਸੀਂ ਤੁਸੀਂ ਵਿਸ਼ਵਾਸ ਨਾ ਕਰੀਏ। ਕਿਸੇ ਨੂੰ ਵੀ ਇਹਨਾਂ ਵੀਡੀਓਜ਼ ਉੱਤੇ ਵਿਸ਼ਵਾਸ ਕਰਨ ਦੀ ਲੋੜ ਇਸ ਵਾਸਤੇ ਨਹੀਂ ਹੈ। ਨੋਟ ਕਿ ਇਸ ਦੇ ਵਿੱਚ ਸਵਾਲ ਹੈ ਕਿ ਅੰਮ੍ਰਿਤਪਾਲ ਦੀ ਵੀਡੀਓ ਹੈ ਜਾਂ ਉਹ ਕਸਟਡੀ ਵਿੱਚ ਹੈ ਜਾਂ ਨਹੀਂ ਹੈ। ਮੁੱਦਾ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਇਹ ਵੀਡੀਓ ਜਾਂ ਤਾਂ ਫਰਾਰੀ ਦੇ ਵਿੱਚ ਬਣਾ ਰਿਹਾ ਹੈ, ਭਗੌੜਾ ਹੈ ਜਦੋਂ ਉਸ ਵਕਤ ਇਹ ਬਣਾ ਰਿਹਾ ਹੈ, ਜਾਂ ਫਿਰ ਉਹ ਕਿਸੇ ਹਿਰਾਸਤ ਦੇ ਵਿੱਚ ਹੋ ਸਕਦਾ, ਕਿਸੇ ਦਬਾਅ ਹੇਠ ਉਸ ਤੋਂ ਵੀਡੀਓ ਬਣਾਇਆ ਜਾ ਰਿਹਾ ਹੈ। ਬਹੁਤ ਸੀ ਚੀਜ਼ਾਂ ਨੂੰ ਜਿਨ੍ਹਾਂ ਨੂੰ ਜਾਣਨ ਲਈ ਲੋਕ ਜ਼ਿਆਦਾ ਇੰਟਰਸਟਿਡ ਨੇ। ਉਸ ਦੇ ਨਾਲ ਦੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, 6-7 ਲੋਕ ਗ੍ਰਿਫਤਾਰ ਹੋ ਕੇ NSA ਉਹਨਾਂ ਤੇ ਲਾ ਕੇ ਉਹਨਾਂ ਨੂੰ ਅਸਾਮ ਦੀਆਂ ਜੇਲ੍ਹਾਂ ਵਿੱਚ ਡੱਕਿਆ ਜਾ ਚੁੱਕਿਆ ਹੈ। ਕਿਹੜੇ ਹਾਲਾਤ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਤੇ ਕਿੱਥੋਂ ਫਰਾਰ ਹੋਇਆ, ਪੁਲਿਸ ਦੇ ਆਪਣੇ ਅਕਾਊਂਟ ਹੈਗੇ ਨੇ। ਇਹ ਲੌਜਿਸਟਿਕਸ ਬਾਰੇ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ, ਕਿਉਂਕਿ ਇੱਕ ਆਦਮੀ ਫਰਾਰੀ ਦੇ ਵਿੱਚ ਬੈਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਸੁਨੇਹੇ ਨਹੀਂ ਦੇ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਾਈਡ ਨਹੀਂ ਕਰ ਸਕਦਾ। ਉਹ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਸਰਬਤ ਖਾਲਸਾ ਬੁਲਾਓ। ਹੀ ਇਜ਼ ਟਰਾਈਂਗ ਟੂ ਗਾਈਡ ਦ ਜਥੇਦਾਰ ਫਰੋਮ ਅ ਲੋਕੇਸ਼ਨ ਵਿਚ ਇਜ਼ ਨॉट ਕਲੀਅਰ। ਉਹ ਜਿਸ ਥਾਂ ਦੇ ਉੱਤੇ ਇਸ ਵਕਤ ਐਗਜ਼ਿਸਟ ਕਰਦਾ ਪਿਆ ਹੈ, ਸਾਨੂੰ ਨਹੀਂ ਪਤਾ ਕਿ ਉਹ ਆਜ਼ਾਦ ਹੈ। ਉਹਦੀ ਗੱਲਾਂ ਦੇ ਵਿੱਚ ਮੰਨ ਲਿਆ ਜਾਵੇ ਜਾਂ ਉਹ ਨਾ ਮੰਨਿਆ ਜਾਵੇ, ਆਪਣੇ ਵਿਊਜ਼ ਬਣਾ ਲਈ ਆਪਾਂ, ਤੁਸੀਂ ਸਾਰੇ ਆਜ਼ਾਦ ਹੈ, ਲੇਕਿਨ ਸਾਨੂੰ ਅਜੇ ਨਹੀਂ ਪਤਾ ਕਿ ਉਹ ਕਿਹੜੇ ਹਾਲਾਤ ਦੇ ਵਿੱਚ ਇਹ ਗੱਲਾਂ ਬਾਤਾਂ ਕਰਦਾ ਪਿਆ ਤੇ ਉਸ ਦਾ ਮਫਾਦ ਕੀ ਹੈ। ਇਸ ਦੇ ਪਿੱਛੇ ਦੇਖੋ ਵੱਡੀ ਤੁਸੀਂ ਗੇਮ ਪਲਾਨ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ। ਇਹ ਉਸਦੀ ਆਪਣੀ ਕਾਢ ਹੈਗੀ ਹੈ, ਆਪਣੇ ਮਨ ਦੀ ਜਾਂ ਆਪਣੀ ਸੋਚ ਦੇ ਮੁਤਾਬਕ ਜੇ ਉਹ ਆਜ਼ਾਦ ਹੋ ਕੇ ਚੱਲਦਾ ਪਿਆ, ਇੱਦਾਂ ਸੋਚਦਾ ਪਿਆ, ਤਾਂ ਬਹੁਤ ਵੱਡੀ ਖੁਰਾਫਾਤ ਮੈਨੂੰ ਨਜ਼ਰ ਆਉਂਦੀ ਪਈ ਹੈ। ਇਹਦੇ ਵਿੱਚ ਬਹੁਤ ਵੱਡੀ ਸ਼ਰਾਰਤ ਨਜ਼ਰ ਆਉਂਦੀ ਪਈ ਹੈ ਕਿ ਤੁਸੀਂ ਇੱਕ ਕਹਿ ਸਕਦੇ ਹੋ ਕਿ ਅਗਿਆਤ ਥਾਂ ਤੋਂ ਬੈਠ ਕੇ ਇਨ ਅ ਸਟੇਟ ਆਫ ਜਿਸਨੂੰ ਕਹਿੰਦੇ ਕਿ ਇੱਕ ਲੁਕੋ ਦੀ ਸਥਿਤੀ ਦੇ ਵਿੱਚ ਆਪਰੇਟ ਕਰ ਰਹੇ ਹੋ, ਤੇ ਤੁਸੀਂ ਸਰਵੋੱਚ ਜਾਂ ਜਿਹੜੀ ਸਰਵੋਤਮ ਸਾਡੀਆਂ
ਸੰਸਥਾਵਾਂ ਹੈਗੀਆਂ ਨੇ ਉਹਨਾਂ ਦੇ ਮੁਖੀਆਂ ਨੂੰ ਗਾਈਡ ਕਰਦੇ ਪਏ ਕਿ ਤੁਸੀਂ ਸਰਬੱਤ ਖਾਲਸਾ ਦੁਚੀਤੀ ਦੇ ਵਿੱਚ ਸੰਸਦ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਪਾ ਰਹੇ ਹੋ। ਸੋ ਜੇ ਉਹ ਖੁਦ ਇਹ ਕੰਮ ਕਰਦਾ ਪਿਆ ਤਾਂ ਬਹੁਤ ਵੱਡੀ, ਮੈਂ ਇਸ ਨੂੰ ਖੁਰਾਫਾਤ ਤੇ ਸ਼ਰਾਰਤ ਕਹਿਣ ਦੇ ਵਿੱਚ ਮੈਨੂੰ ਕੋਈ ਹਰਜ਼ ਨਹੀਂ ਹੈ। ਸਰਬੱਤ ਖਾਲਸਾ ਨੂੰ ਇੱਕ ਬੜੇ ਵੱਡੇ ਕੌਜ਼ ਦੇ ਕਾਰਨ ਬੁਲਾਇਆ ਜਾਂਦਾ ਹੈ। ਕਿਸੇ ਫਰਾਰ ਆਦਮੀ ਜਾਂ ਕਿਸੇ ਭਗੌੜੇ ਸ਼ਖਸ ਵੱਲੋਂ ਉਸ ਦੀ ਆਪਣੀ ਸੁਰੱਖਿਆ ਲਈ ਕਹਿ ਲਈਏ ਜਾਂ ਉਸ ਦੀ ਆਪਣੀ ਸੇਫਟੀ ਲਈ ਕਹਿ ਲਈਏ, ਉਸ ਲਈ ਸਰਬੱਤ ਖਾਲਸਾ ਨਹੀਂ ਸੱਦਿਆ ਜਾਂਦਾ। ਜੇ ਸਰਬੱਤ ਖਾਲਸਾ ਬੁਲਾਉਣਾ ਤਾਂ ਫਿਰ ਬਾਹਰ ਆ ਕੇ ਪੁਲਿਸ ਦੇ ਸਾਹਮਣੇ ਸਰੈਂਡਰ ਕਰਕੇ ਉਸ ਨੂੰ, ਜੇ ਉਹ ਖੁਦ ਇਸ ਵਕਤ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਹੈ, ਉਹ ਆਜ਼ਾਦ ਹੈ ਖੁਦ ਸਰੈਂਡਰ ਕਰਨ ਲਈ, ਆਪਣਾ ਆਤਮ ਸਮਰਪਣ ਕਰਨ ਲਈ, ਜੇ ਉਹਨੂੰ ਇੰਨੀ ਆਜ਼ਾਦੀ ਹੈ, ਖੁੱਲ੍ਹ ਹੈ, ਤਾਂ ਉਹ ਆ ਕੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਤਮਸਤਕ ਹੋ ਸਕਦਾ। ਇਸ ਦੀਆਂ ਅਟਕਲਾਂ ਵੀ ਆਪਾਂ ਸੁਣੀਆਂ ਸੀ। ਲੇਕਿਨ ਇਹ ਚੀਜ਼ਾਂ ਇੱਕ ਅਜਿਹੀ ਥਾਂ ਤੋਂ ਬੈਠ ਕੇ ਜਿਸ ਦੇ ਬਾਰੇ ਬਹੁਤ ਵੱਡਾ ਸੰਸਾ ਹੈ, ਬਹੁਤ ਵੱਡਾ ਡਾਊਟ ਹੈ, ਮੈਨੂੰ ਇਸ ਦੇ ਵਿੱਚ ਇੱਕ ਬਹੁਤ ਵੱਡਾ ਗੇਮ ਪਲਾਨ ਨਜ਼ਰ ਆ ਰਿਹਾ। ਹੁਣ ਇਹ ਕੌਣ ਖੇਡ ਰਿਹਾ ਹੈ, ਕਿਸ ਦੇ ਇਸ਼ਾਰੇ ਤੇ ਖੇਡ ਚੱਲਦੀ ਪਈ ਹੈ, ਇਸ ਚੀਜ਼ ਦੇ ਬਾਰੇ ਪਤਾ ਨਹੀਂ ਹੈ। ਲੇਕਿਨ ਜੋ ਗੱਲਾਂ ਕਰਦਾ ਪਿਆ ਹੈ, ਆਪਾਂ ਕੱਲ੍ਹ ਵੀ ਆਪਣੇ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ, ਇਹ ਬੜੀਆਂ ਖਤਰਨਾਕ ਨੇ। ਇੱਕ ਬਹੁਤ ਹੀ ਟਕਰਾਅ ਦੀ ਸਥਿਤੀ ਦੇ ਵੱਲ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਲਿਜਾਣ ਦੀ ਕੋਸ਼ਿਸ਼ ਹੈ, ਜਿਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਨਹੀਂ ਆਉਣਾ ਚਾਹੀਦਾ। ਅਤੇ ਜਿਹੜੇ ਸਾਡੇ ਸਰਵਉੱਚ ਅਦਾਰੇ ਹੈਗੇ ਨੇ, ਸੰਸਥਾਵਾਂ ਹੈਗੀਆਂ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈਗੇ ਨੇ, ਆਈ ਹੋਪ ਦੇ ਉਹ ਇੱਕ ਸੂਝਵਾਨ ਹੈਗੇ ਨੇ ਕਿ ਅਜਿਹੇ ਸੁਨੇਹਿਆਂ ਨੂੰ ਉਹ ਇਗਨੋਰ ਕਰਨਗੇ। ਪ੍ਰੈਸ਼ਰ ਦੇ ਵਿੱਚ ਜੇ ਉਹ ਆ ਜਾਂਦੇ ਨੇ ਅਜਿਹੇ ਸੁਨੇਹਿਆਂ ਦੇ, ਜਿਹਨੂੰ ਕਹਿੰਦੇ ਕਿ ਕੈਚ 22 ਸਿਚੁਏਸ਼ਨ ਬਣ ਜਾਂਦੀ ਹੈ, ਦੈਨ ਇਟ ਵਿਲ ਨਾਟ ਬੀ ਅ ਗੁੱਡ ਡਿਸੀਜਨ। ਜੋ ਵੀ ਉਹ ਫੈਸਲਾ ਦਬਾਅ ਦੇ ਵਿੱਚ ਆ ਕੇ ਲੈਂਦੇ ਨੇ, ਉਹ ਇੱਕ ਸਹੀ ਫੈਸਲਾ ਨਹੀਂ ਹੋਏਗਾ। ਸੋ ਯੂ ਹੈਵ ਟੂ ਬੀ ਕੌਸ਼ੀਅਸ ਇਸ ਕਿਸਮ ਦੇ ਸ਼ਖਸ ਦਾ, ਜਿਸ ਦਾ ਜਾਂ ਤਾਂ ਆਪਣੇ ਉੱਤੇ ਕੰਟਰੋਲ ਨਹੀਂ ਹੈ, ਅਤੇ ਜੇ ਆਪਣੇ ਉੱਤੇ ਕੰਟਰੋਲ ਹੈ ਤਾਂ ਉਸ ਦੀ ਗੱਲਾਂ ਦੇ ਵਿੱਚ ਬਹੁਤ ਸੀ ਚੀਜ਼ਾਂ ਅਜੇ ਅਧੂਰੀਆਂ ਹੈਗੀਆਂ ਨੇ, ਬਹੁਤ ਸੀ ਚੀਜ਼ਾਂ ਬਾਰੇ ਅਜੇ ਕਲੈਰੀਫਿਕੇਸ਼ਨਸ ਆਉਣੀਆਂ ਬਾਕੀ ਨੇ। ਜਦ ਤੱਕ ਉਹ ਪੁਸ਼ਟੀ ਜਾਂ ਉਹ ਸਪਸ਼ਟਤਾ ਨਹੀਂ ਆ ਜਾਂਦੀ ਇਸ ਬੰਦੇ ਦੇ ਇਸ ਵਕਤ ਦੇ ਜਿਹੜੇ ਸਟੇਟਸ ਦੇ ਵਿੱਚ ਹੈ, ਤਦ ਤੱਕ ਇਹ ਗੱਲਾਂ ਬਾਤਾਂ ਜ਼ੋਖਮ ਭਰੀਆਂ ਹੋਣਗੀਆਂ। ਕੋਈ ਵੀ ਅਜਿਹੀ ਕਾਲ ਲੈ ਲੈਣਾ, ਵੈਸੇ ਤਾਂ ਅਜਿਹੀ ਕਾਲ ਸਰਬੱਤ ਖਾਲਸਾ ਨੂੰ ਕਿਹੜੇ ਪਰਪਸ ਲਈ ਬੁਲਾਇਆ ਜਾਂਦਾ ਹੈ, ਇਹ ਵੀ ਚੀਜ਼ ਧਾਰਮਿਕ ਮਰਿਆਦਾ ਜਾਂ ਜਿਹੜੀ ਰਹਿਤ ਮਰਿਆਦਾ ਹੈ, ਉਸ ਦੇ ਵਿੱਚ ਚੀਜ਼ਾਂ ਬਹੁਤ ਨਿਖਾਰ ਕੇ ਦੱਸੀਆਂ ਗਈਆਂ ਹੈਗੀਆਂ ਨੇ ਕਿ ਸਰਬੱਤ ਖਾਲਸਾ ਇੱਕ ਬਹੁਤ ਹੀ ਉੱਚੇ ਕੌਜ਼ ਲਈ ਹੁੰਦਾ ਹੈ। ਸੋ ਉਹ ਕੀ ਕੌਜ਼ ਇਸ ਵਕਤ ਐਗਜ਼ਿਸਟ ਕਰਦਾ ਹੈ, ਕੀ ਉਹਦਾ ਕਾਰਨ ਐਗਜ਼ਿਸਟ ਕਰਦਾ ਹੈ ਕਿ ਤੁਸੀਂ ਸਰਬੱਤ ਖਾਲਸਾ ਵਰਗਾ ਇੱਕ ਬਹੁਤ ਵੱਡਾ ਇਕੱਠ, ਜੋ ਕਿ ਸਭ ਤੋਂ ਉੱਤੇ ਮੰਨਿਆ ਜਾਂਦਾ ਹੈ, ਸਰਵਉੱਚ ਉਸ ਦਾ ਰੁਤਬਾ ਹੈ, ਉਸ ਨੂੰ ਸਿਰਫ ਇਸ ਵਾਸਤੇ ਸੱਦ ਲਓ ਕਿ ਇੱਕ ਫਰਾਰੀ ਦੇ ਵਿੱਚ ਜਿਹੜਾ ਚੱਲਦਾ ਪਿਆ ਹੈਗਾ ਇਹ ਅੰਮ੍ਰਿਤਪਾਲ, ਉਹ ਇਹ ਵੀਡੀਓ ਬਣਾ ਰਿਹਾ ਅਤੇ ਜਾਰੀ ਕਰਦਾ ਪਿਆ। ਸਾਨੂੰ ਇਹ ਨਹੀਂ ਪਤਾ ਕਿ ਵੀਡੀਓ ਆਪਣੀ ਆਜ਼ਾਦੀ ਮਰਜ਼ੀ ਨਾਲ ਬਣਾ ਰਿਹਾ ਜਾਂ ਕਿਸ ਤੋਂ ਦਬਾਅ ਹੇਠ ਇਹ ਵੀਡੀਓ ਬਣਵਾਇਆ ਜਾ ਰਿਹਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਿੰਘ ਸਾਹਿਬ ਦੀ, ਉਹਨਾਂ ਨੇ ਆਪਣਾ ਪਹਿਲਾ ਜਿਹੜਾ ਇਹ ਟਵੀਟ ਤੋਂ ਬਾਅਦ ਜਿਹੜਾ ਆਪਣਾ ਪਹਿਲਾ ਬਿਆਨ ਜਾਰੀ ਕੀਤਾ, ਉਹਨਾਂ ਨੇ ਇੱਕ ਨਿੱਜੀ YouTube ਚੈਨਲ ਨੂੰ ਆਪਣੀ ਇੰਟਰਵਿਊ ਦਿੱਤੀ ਹੈ। ਉਹਨਾਂ ਨੇ ਸਰਕਾਰ ਦੇ ਉੱਤੇ ਸਵਾਲ ਚੱਕੇ ਨੇ ਵੀ ਆਪਰੇਸ਼ਨ ਅੰਮ੍ਰਿਤਪਾਲ ਤਾਂ ਤੁਸੀਂ ਕੀਤਾ, ਪਰ ਜੇ ਬੁਰਜ ਜਵਾਰ ਸਿੰਘ ਵਾਲੇ ਦੀ ਗੱਲ ਕਰ ਲਈਏ, ਬੇਅਦਬੀ ਦੇ ਮਸਲਿਆਂ ਦੀ ਗੱਲ ਕਰ ਲਈਏ, ਜਾਂ ਮੌੜ ਬੰਬ ਕਾਂਡ ਹੋਇਆ ਸੀ ਉਹਦੀ ਗੱਲ ਕਰ ਲਈਏ, ਉਹਦੇ ਵੀ ਜਿਹੜੇ ਦੋਸ਼ੀ ਨੇ ਉਹ ਫਰਾਰ ਨੇ। ਇਹ ਜਿਹਾ ਆਪਰੇਸ਼ਨ ਉਦੋਂ ਕਿਉਂ ਨਹੀਂ ਵਿੱਢਿਆ ਗਿਆ, ਉਦੋਂ ਇਹ ਜਿਹੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਹ ਜਿਹੜੇ ਭਗੌੜੇ ਆ ਉਹਨਾਂ ਨੂੰ ਫੜਨ ਵਾਸਤੇ ਤਾਂ ਇੱਕ ਤਰ੍ਹਾਂ ਤੋਂ ਜਿਹੜੀ ਆਪੋਜੀਸ਼ਨ ਦੀ ਭੂਮਿਕਾ ਉਸ ਦੇ ਅੰਦਰ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ, ਇਸ ਤੋਂ ਕੀ ਅੰਦਾਜ਼ਾ ਲਾਇਆ ਜਾਵੇ? ਦੇਖੋ, ਤਰਕ ਵਿਤਰਕ ਕਰਨਾ ਤਾਂ ਠੀਕ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੇ ਇਹੋ ਜਿਹੀ ਗੱਲ ਕਰ ਰਹੇ ਤਾਂ ਆਪਾਂ ਕੌਣ ਹੁੰਦੇ ਉਹਦੇ ਵਿੱਚ ਮੀਨ ਮੇਖ ਕੱਢਣ ਵਾਲੇ ਅਤੇ ਕਿੰਤੂ ਪਰੰਤੂ ਕਰਨ ਵਾਲੇ। ਉਹਨਾਂ ਦੀ ਆਪਣੀ ਸਮਝ ਦੇ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ ਹੈ, ਜੋ ਕਿ ਕੁਝ ਹੱਦ ਤੱਕ ਠੀਕ ਵੀ ਹੈ। ਉਹਨਾਂ ਦੀ ਗੱਲਬਾਤ ਦੇ ਵਿੱਚ ਇੱਕ ਲੌਜਿਕ ਹੈ, ਇੱਕ ਤਰਕ ਹੈ। ਲੇਕਿਨ ਜੇ ਆਪਾਂ ਗੱਲ ਮੌੜ ਬਲਾਸਟ ਦੀ ਕਰੂੰਗੇ, ਤੁਸੀਂ ਹੁਣ ਬਰੌਡ ਬਲਾਸਟ ਦੇ ਵਿੱਚ ਸਿੱਟਾਂ ਬਣੀਆਂ, ਰਣਬੀਰ ਸਿੰਘ ਖੱਟੜਾ ਦੀ ਹੀ ਸਿੱਟ ਸੀ, ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਇੱਕ ਹੋਰ ਵੱਡੀ ਸਿੱਟ ਬਣੀ। ਉਸਨੇ ਕੀ ਸਬਮਿਸ਼ਨ ਦਿੱਤੀ ਹੈ? ਉਹਦੇ ਵਿੱਚ ਜਿਹੜੇ 3 ਮੇਨ ਬੰਦੇ ਸੀ ਮੌੜ ਬਲਾਸਟ ਦੇ ਵਿੱਚ, ਜਿਹਦੇ ਵਿੱਚ ਇੱਕ ਕਾਰ ਦਾ ਪੇਂਟਰ ਸੀ, ਇੱਕ ਇਲੈਕਟ੍ਰੀਸ਼ੀਅਨ ਸੀ ਅਤੇ 1-2 ਹੋਰ ਲੋਕ ਸੀ, ਜਿਨ੍ਹਾਂ ਨੇ ਕਿ ਡੇਰੇ ਸੱਚੇ ਸੌਦੇ ਦੀ ਇੱਕ ਵਰਕਸ਼ਾਪ ਦੇ ਵਿੱਚ ਉਸ ਕਾਰ ਨੂੰ ਪੇਂਟ ਕੀਤਾ ਸੀ, ਜਿਸ ਦੇ ਵਿੱਚ ਇਹ ਧਮਾਕਾ ਮੌੜ ਬਲਾਸਟ ਦਾ 2017 31 ਮਾਰਚ ਇਫ ਆਮ ਨਾਟ ਰੋਂਗ ਨੂੰ ਹੋਇਆ ਸੀ। ਸੋ ਮੌੜ ਬਲਾਸਟ ਦੇ ਵਿੱਚ ਜਿਹੜੀ ਇੱਕ ਡੈਡ ਐਂਡ ਦੇ ਉੱਤੇ ਆ ਕੇ ਇਨਵੈਸਟੀਗੇਸ਼ਨ ਪਹੁੰਚ ਗਈ, ਉਹ ਲੀਡ ਉੱਥੇ ਖਤਮ ਹੋ ਗਈ, ਜਿਸ ਤੋਂ ਬਾਅਦ ਕਿ SIT ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਹ 3 ਲੋਕਾਂ ਤੱਕ ਪਹੁੰਚ ਨਹੀਂ ਪਾਈ ਅਤੇ ਇਹ 3 ਲੋਕਾਂ ਤੋਂ ਅੱਗੇ ਕਲੀਅਰ ਹੋਣਾ ਸੀ ਕਿ ਗੁਰਮੀਤ ਰਾਮ ਰਹੀਮ ਦੀ ਇਸ 'ਚ ਭੂਮਿਕਾ ਸੀ ਜਾਂ ਨਹੀਂ ਸੀ। ਸੇਮ ਗੱਲਬਾਤ ਆ ਜਾਂਦੀ ਹੈ ਜਿਹੜੇ ਹੋਰ ਬੇਅਦਬੀ ਦੇ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਰਕੇਸ਼ ਦਿੜਵਾ ਹੋ ਗਿਆ, ਹਰਸ਼ ਧੂਰੀ ਹੋ ਗਿਆ, ਬਰੇਟਾ ਹੋ ਗਿਆ, ਇਹ ਕੁਝ ਅਜਿਹੇ 3-4 ਮੁਲਜ਼ਮ ਹੈਗੇ ਨੇ ਜੋ ਕਿ ਗੁਰਮੀਤ ਰਾਮ ਰਹੀਮ ਦੇ ਬਹੁਤ ਹੀ ਨੇੜਲੇ ਲੋਕਾਂ ਦੇ ਵਿੱਚੋਂ ਸਨ। ਉਹਨਾਂ ਇੱਕ ਤੌਰ ਦਾ PA ਹੀ ਸੀ। ਸੋ ਇਹ ਲੋਕ ਵੀ ਫਰਾਰ ਹੈਗੇ ਨੇ, ਇਹਨਾਂ ਦਾ ਕੁਝ ਨਹੀਂ ਪਤਾ। ਲੇਕਿਨ ਇਹ ਸਾਰੇ ਉਹ ਲੋਕ ਸ਼ੱਕੀ ਲੋਕ ਹੈਗੇ ਨੇ, ਕ੍ਰਿਮੀਨਲ ਲੋਕ ਹੈਗੇ ਨੇ, ਜਿਹੜੇ ਕਿ ਡੇਰੇ ਸੱਚੇ ਸੌਦੇ ਦੇ ਨਾਲ ਜਾਂ ਉਸਦੇ ਜਿਹੜੇ ਵੀ ਅਜਿਹੇ ਲੋਕ ਜਿਨ੍ਹਾਂ ਨੇ ਸਾਜ਼ਿਸ਼ਾਂ ਰਚੀਆਂ ਉਸ ਦੇ ਵਿੱਚ ਇਨਵੋਲਵ ਰਹੇ ਹੋ ਸਕਦੇ ਨੇ। ਇਹਨਾਂ ਦਾ ਭਗੌੜਾ ਹੋਣਾ ਅਤੇ ਪੁਲਿਸ ਤੋਂ ਨਾ ਫੜਿਆ ਜਾਣਾ, ਅਦਾਲਤਾਂ ਦੇ ਵਿੱਚ ਰਿਕਾਰਡ ਸਪਸ਼ਟ ਹੋਣਾ, ਉਹ ਇੱਕ ਵੱਖਰੀ ਕਹਾਣੀ ਹੈ, ਵੱਖਰੀ ਗੱਲਬਾਤ ਹੈ। ਇਸ ਦੀ ਤੁਲਨਾ ਅੱਜ ਜੇ ਅੰਮ੍ਰਿਤਪਾਲ ਦੇ ਨਾਲ ਕੀਤੀ ਜਾ ਰਹੀ ਹੈ ਤਾਂ
ਠੀਕ ਹੈ, ਤਰਕ ਵਿਤਰਕ ਦੇ ਰੂਪ ਵਿੱਚ ਠੀਕ ਹੈ, ਲੇਕਿਨ ਇਹ ਬੜੀ ਮੈਂ ਇਸ ਨੂੰ ਸਹੀ ਕੰਪੈਰੀਜ਼ਨ ਨਹੀਂ ਮੰਗਦਾ। ਹਰ ਸਥਿਤੀ ਜਿਹੜੀ ਹੈਗੀ ਹੈ ਉਸ ਦੇ ਵਿੱਚ ਅਲੱਗ-ਅਲੱਗ ਉਹਨਾਂ ਨੇ ਇਹ ਗੱਲ ਕਹੀ ਹੈ, ਰਿਤੇਸ਼ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਕਰਕੇ ਉਹਨਾਂ ਤੇ ਕਾਰਵਾਈ ਨਹੀਂ ਹੋਈ ਕਿ ਉਹ ਸਿੱਖ ਨਹੀਂ ਸੀਗੇ। ਇਹ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਹੀ ਗਈ ਹੈ। ਜੇ ਉਹ ਫਰਜ਼ ਕਰੋ ਜੇ ਮੌੜ ਮੰਡੀ ਬਲਾਸਟ ਕਿਸੇ ਸਿੱਖ ਨੇ ਕਰਾਇਆ ਹੁੰਦਾ ਤਾਂ ਉਸਦੇ ਕਹਿੰਦੇ ਉਹ ਕਹਿ ਰਿਹਾ ਵੀ ਹੋਰ ਨਤੀਜੇ ਹੋਣੇ ਸੀਗੇ, ਹੋਰ ਤਰ੍ਹਾਂ ਦਾ ਐਕਸ਼ਨ ਲਿਆ ਜਾਣਾ ਸੀ। ਤੇ ਜਿਹੜੇ ਲੋਕ ਇਸ ਵਕਤ ਬੇਅਦਬੀ ਦੇ ਕੇਸਾਂ ਦੇ ਵਿੱਚ, ਈਵਨ ਮੌੜ ਬਲਾਸਟ ਦੇ ਕੇਸ ਦੇ ਵਿੱਚ ਵੀ ਫੜ ਲਏ ਗਏ ਹੋਣਗੇ ਜਾਂ ਫੜੇ ਗਏ ਹੈਗੇ ਨੇ, ਜਿਹੜੇ ਲੋਕ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਮਹਿੰਦਰਪਾਲ ਬਿੱਟੂ ਨੂੰ ਮਾਰਤਾ ਗਿਆ, ਆ ਪਿੱਛੇ ਪ੍ਰਦੀਪ ਕਟਾਰੀਆ ਨੂੰ ਮਾਰਿਆ ਹੈ, ਡੇਰੇ ਸੱਚੇ ਸੌਦੇ ਦਾ ਹੀ ਅਨੁਯਾਈ ਸੀ, ਬੇਅਦਬੀ ਦੇ ਕੇਸਾਂ ਦੇ ਵਿੱਚ ਸੀ, ਇਹ ਕਿਵੇਂ ਫੜ ਲਏ ਗਏ ਤੇ ਫਿਰ ਇਹਨਾਂ ਦੇ ਉੱਤੇ ਹਮਲੇ ਹੋ ਗਏ, ਇਹਨਾਂ ਦੇ ਕਤਲ ਤੱਕ ਕਿਉਂ ਜੇਲ੍ਹਾਂ ਦੇ ਵਿੱਚ ਹੋ ਗਏ? ਸਵਾਲ ਤਾਂ ਇਹ ਵੀ ਉੱਠਦੇ ਨੇ ਨਾ। ਕੱਲ੍ਹ ਨੂੰ ਦੂਜੀ ਧਿਰ ਵੀ ਸਵਾਲ ਚੁੱਕ ਸਕਦੀ ਹੈ ਵੀ ਤੁਹਾਡੀਆਂ ਜੇਲ੍ਹਾਂ ਦੇ ਵਿੱਚ ਬੈਠ ਕੇ ਉਹਨਾਂ ਲੋਕਾਂ ਦੇ ਕਤਲ ਹੋਏ ਜੋ ਕਿ ਇਹਨਾਂ ਕੇਸਾਂ ਦੇ ਵਿੱਚ ਇਨਵੋਲਵ ਸੀ ਜਾਂ ਨਹੀਂ ਸੀ, ਇਹ ਤਾਂ ਹਲੇ ਅਦਾਲਤਾਂ ਨੇ ਸਥਾਪਿਤ ਨਹੀਂ ਕੀਤਾ ਸੀ, ਲੇਕਿਨ ਉਸ ਤੋਂ ਪਹਿਲਾਂ ਜੇਲ੍ਹਾਂ ਦੇ ਵਿੱਚ ਕਤਲ ਵੀ ਹੋ ਜਾਂਦੇ ਨੇ, ਗੈਂਗਸਟਰ ਤੱਕ ਆ ਕੇ ਡੇਰੇ ਸੱਚੇ ਸੌਦੇ ਦੇ ਬੰਦਿਆਂ ਨੂੰ ਮਾਰ ਜਾਂਦੇ ਹੈਗੇ ਨੇ। ਸੋ ਤਰਕਤਾ ਦੇਣ ਲਈ ਦੂਸਰੀ ਸਾਈਡ ਕੋਲ ਵੀ ਜਦ ਤੱਕ ਅਦਾਲਤਾਂ ਨੇ ਸਾਬਤ ਨਹੀਂ ਕੀਤਾ ਤੇ ਬਹੁਤ ਵੱਡੇ ਸਵਾਲ ਖੜੇ ਹੋਏ। ਰਣਬੀਰ ਸਿੰਘ ਖੱਟੜਾ ਦੀ ਸਿੱਟ ਜਾਂ ਉਸਨੇ ਜਿਹੜੀ ਜਾਂਚ ਕੀਤੀ ਉਸ ਨੂੰ ਹਾਈ ਕੋਰਟਾਂ ਨੇ ਨਿਰਸਤ ਕਰਤਾ। ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਸਿੱਟ ਸੀ ਉਸ ਨੂੰ ਵੀ ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ ਤੁਸੀਂ ਦੇਖੋ ਉਸ ਨੂੰ ਨਿਰਸਤ ਕਰਤਾ ਗਿਆ। ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਡੇਰੇ ਸੱਚੇ ਸੌਦੇ ਦੇ ਜਿਹੜੇ ਸਮਰਥਕ ਇਸ ਕੇਸ ਦੇ ਵਿੱਚ ਜਿਹੜੇ ਐਕਿਊਜ਼ਡ ਸਨ ਉਹਨਾਂ ਨੂੰ ਕਲੀਨ ਚਿੱਟਾਂ ਦਿੱਤੀਆਂ। ਸੋ ਉਹਨਾਂ ਕੋਲ ਬਹੁਤ ਵੱਡਾ ਆਧਾਰ ਹੈ। ਉਹ ਕਹਿ ਸਕਦੇ ਨੇ ਕਿ ਦੇਖੋ ਸਾਨੂੰ ਸੀਬੀਆਈ ਨੇ ਵੀ ਕਲੀਨ ਚਿੱਟ ਦਿੱਤੀ, ਸਾਨੂੰ ਅਦਾਲਤਾਂ ਨੇ ਵੀ ਤੁਹਾਡੀਆਂ ਸਿੱਟਾਂ ਨੂੰ ਹੀ ਅਦਾਲਤਾਂ ਨੇ ਹਾਈ ਕੋਰਟਾਂ ਨੇ ਤੋੜਿਆ ਤੇ ਤੁਸੀਂ ਆਪਣੀਆਂ ਸਿੱਟਾਂ ਦੇ ਖਿਲਾਫ ਹੀ ਹਾਈ ਕੋਰਟਾਂ ਵਿੱਚ ਜਾ ਕੇ ਲੜ ਨਹੀਂ ਸਕੇ, ਖੜ ਨਹੀਂ ਸਕੇ, ਉਹਨਾਂ ਸਿੱਟਾਂ ਨੂੰ ਬਹਾਲ ਨਹੀਂ ਕਰਾ ਸਕੇ। ਸੋ ਸਵਾਲ ਜਵਾਬ ਹਰ ਪਾਸਿਓਂ ਦਿੱਤੇ ਜਾ ਸਕਦੇ ਨੇ। ਤਰਕ ਵਿਤਰਕ ਦੇਣ ਦੀ ਗੱਲਬਾਤ ਨਹੀਂ ਹੈ। ਜਿਹੜੇ ਲੋਕ ਇਹਨਾਂ ਕੇਸਾਂ ਬਾਰੇ ਜਾਣਕਾਰੀ ਨਹੀਂ ਰੱਖਦੇ, ਇਹ ਉਹਨਾਂ ਲੋਕਾਂ ਲਈ ਇਹ ਲੌਜਿਕ ਕੰਮ ਦੇ ਹੋ ਸਕਦੇ ਨੇ, ਲੇਕਿਨ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਵੀ ਉਹ ਕੇਸਾਂ ਦੀ ਸਮਝ ਹੈ ਉਹ ਇਸ ਤਰੀਕੇ ਦੀ ਗੱਲਬਾਤ ਨੂੰ ਨਹੀਂ ਸਮਝਣਗੇ। ਬਹਰਹਾਲ ਜਿਹੜੇ ਜਥੇਦਾਰ ਸਾਹਿਬ ਬੋਲ ਰਹੇ ਨੇ ਉਹ ਇੱਕ ਪੰਥਕ ਲੈਵਲ ਦੇ ਉੱਤੇ, ਕੌਮੀ ਲੈਵਲ ਦੇ ਉੱਤੇ ਇੱਕ ਸਵਾਲ ਖੜਾ ਕਰ ਰਹੇ ਪਏ ਹੈਗੇ ਨੇ, ਜਿਸ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਲੌਜਿਕ ਕਿੰਨਾ ਉਹਨਾਂ ਕੋਲ ਹੈ। ਮੈਨੂੰ ਨਹੀਂ ਲੱਗਦਾ ਇੱਕ ਸਹੀ ਤੁਲਨਾ ਹੈ। ਅੱਜ ਦੀ ਅੰਮ੍ਰਿਤਪਾਲ ਦੀ ਸਥਿਤੀ ਨੂੰ ਤੁਸੀਂ ਉਹਨਾਂ ਦੇ ਨਾਲ ਬੇਅਦਬੀ ਦੇ ਮੁਲਜ਼ਮਾਂ ਦੇ ਨਾਲ ਕੰਪੇਅਰ ਕਰ ਰਹੇ ਹੋ, ਮੌੜ ਬਲਾਸਟ ਦੇ ਧਮਾਕੇ ਦੇ ਵਿੱਚ ਇਨਵੋਲਵ ਕ੍ਰਿਮੀਨਲਸ ਦੇ ਨਾਲ ਕੰਪੇਅਰ ਕਰ ਰਹੇ ਹੋ, ਤੇ ਇਹ ਕੰਪੇਅਰ ਕੀਤਾ ਜਾ ਰਿਹਾ ਕਿ ਜੀ ਉਹ ਜਿਹੜੇ ਭਗੌੜੇ ਬੰਦੇ ਸੀ, ਇਫ ਆਈ ਐਮ ਨਾਟ ਰੌਂਗ, ਤੁਸੀਂ ਮੈਨੂੰ ਕਰੈਕਟ ਕਰਿਓ, ਮੈਂ ਇੰਟਰਵਿਊ ਸੁਣੀ ਨਹੀਂ ਹੈ, ਲੇਕਿਨ ਸ਼ੁਭਕਰਮਨ ਤੁਸੀਂ ਇਹ ਕਰੈਕਟ ਕਰਿਓ ਕਿ ਕੀ ਕੰਪੈਰੀਜ਼ਨ ਇਹ ਕੀਤਾ ਜਾ ਰਿਹਾ ਕਿ ਬੇਅਦਬੀ ਦੇ ਮੁਲਜ਼ਮ ਤੋਂ ਲੈ ਕੇ ਮੌੜ ਧਮਾਕੇ ਦੇ ਮੁਲਜ਼ਮ ਤੇ ਅੰਮ੍ਰਿਤਪਾਲ ਦੇ ਨਾਲ ਅਲੱਗ-ਅਲੱਗ ਮਾਪਦੰਡ ਤੇ ਅਲੱਗ-ਅਲੱਗ ਸਟੈਂਡਰਡਸ ਦੇ ਹਿਸਾਬ ਨਾਲ ਕਾਰਵਾਈ ਕਿਉਂ ਹੋ ਰਹੀ ਹੈ? ਇਹੀ ਕੰਪੈਰੀਜ਼ਨ ਕੀਤਾ ਜਾ ਰਿਹਾ ਤੇ ਫਿਰ ਇਹ ਗਲਤ ਕੰਪੈਰੀਜ਼ਨ ਹੈ। then this is a wrong comparison. This should not have been happening. ਇਹ ਕੋਈ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ ਦੋਵੇਂ ਕੇਸਿਸ ਦੀ। ਠੀਕ ਹੈ, ਇੱਕ ਆਪਣਾ ਜਿਹਨੂੰ ਕਹਿੰਦੇ ਕਿ ਆਪਾਂ ਇੱਕ ਪੁਆਇੰਟ ਸਕੋਰ ਕਰਨਾ, ਉਸ ਲਈ ਇਹ ਗੱਲ ਤਰਕ ਠੀਕ ਹੈ, ਲੇਕਿਨ ਤੁਸੀਂ ਕਿੱਥੇ ਬੇਅਦਬੀ ਦੇ ਮੁਲਜ਼ਮ, ਕਿੱਥੇ ਮੌੜ ਧਮਾਕੇ ਦੇ ਜਿਹੜੇ ਲਾਪਤਾ ਹੈ ਭਗੌੜੇ ਮੁਲਜ਼ਮ, ਤੇ ਕਿੱਥੇ ਅੰਮ੍ਰਿਤਪਾਲ ਸਿੰਘ? ਤੇ ਬਾਕੀ ਤਾਂ ਕਾਰਵਾਈ ਦੀ ਗੱਲਾਂ ਬਾਤਾਂ ਹੈਗੀਆਂ ਨੇ, ਤਾਂ ਉਹ ਠੀਕ ਹੈ। ਤੁਸੀਂ ਵੈਸੇ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਚੱਲਦੀਆਂ ਪਈਆਂ ਨੇ, ਜੇਲ੍ਹਾਂ ਦੇ ਵਿੱਚ ਕਤਲ ਹੋ ਰਹੇ ਹੈਗੇ ਨੇ, ਸੜਕਾਂ ਦੇ ਉੱਤੇ ਕਤਲ ਹੋ ਰਹੇ ਨੇ, ਬਹੁਤ ਕੁਝ ਹੈ, ਬਹੁਤ ਸਵਾਲ ਹੈਗੇ ਨੇ ਚੁੱਕਣ ਲਈ ਸਰਕਾਰਾਂ ਤੇ ਪੁਲਿਸ ਉੱਤੇ, ਲੇਕਿਨ ਮੈਨੂੰ ਲੱਗਦਾ ਕਿ ਇਹ ਕੰਪੈਰੀਜ਼ਨ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਵਾਜਿਬ ਨਹੀਂ ਹੈ। ਬਾਕੀ ਆਪਣੀ ਵਿਜ਼ਨ ਦੇ ਵਿੱਚ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਪਿੱਛੇ ਕੁਝ ਸੋਚ ਹੋਏਗੀ, ਉਹਨਾਂ ਨੇ ਉਸ ਹਿਸਾਬ ਨਾਲ ਗੱਲ ਕਹੀ ਹੈ, ਤਾਂ ਉਹ ਹੋਰ ਥੋੜ੍ਹਾ ਜਿਹਾ ਸਮਝਾਂਗੇ ਇਸ ਨੂੰ, ਬਿਆਨ ਉਹਨਾਂ ਦੇ ਸੁਣ ਲਈਏ, ਹੋਰ ਜੇ ਇਲੈਬੋਰੇਟ ਕਰਨਗੇ। ਮੈਂ ਪੂਰੀ ਇੰਟਰਵਿਊ ਸੁਣੀ ਨਹੀਂ, ਸ਼ਾਇਦ ਤੁਸੀਂ ਇਹ ਚਾਨਣਾ ਪਾ ਸਕੋ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਐਨਐਸਏ ਦੇ ਸੰਦਰਭ ਵਿੱਚ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਵੀ ਐਨਐਸਏ ਲਾਇਆ ਗਿਆ, ਵੀ ਉਹਦੇ ਉੱਤੇ ਗੱਲਬਾਤ ਹੋਈ, ਉਹਨਾਂ ਨੇ ਕਿਹਾ ਵੀ ਸਰਕਾਰ ਨੇ ਉਹਨਾਂ ਨੂੰ ਦੱਸਿਆ ਵੀ ਇੰਨੇ ਜਿਨ੍ਹਾਂ ਬੰਦਿਆਂ ਤੇ ਅਸੀਂ 751 ਲਾਈ ਹੈ ਉਹ ਅਸੀਂ ਛੱਡ ਰਹੇ ਹਾਂ, ਤੇ ਐਨਐਸਏ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ। ਉਹਨਾਂ ਨੇ ਕਿਹਾ ਵੀ ਸੈਂਟਰ ਕਰਕੇ ਕਰਨਾ ਪੈਂਦਾ, ਇੰਨੀ ਗੱਲ ਕਹਿ ਕੇ ਉਹਨਾਂ ਨੇ ਉੱਤੇ ਕਿਹਾ ਹੈਗਾ। ਪਰ ਉਹ ਕਹਿੰਦੇ ਵੀ ਇੰਨੀ ਗੱਲ ਕਰਨ ਦੀ ਲੋੜ ਨਹੀਂ ਸੀ, ਜਿਵੇਂ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਜਿਹੜੇ ਲੋਕ ਹੈਗੇ ਨੇ ਉਹਨਾਂ ਤੋਂ ਦੇਸ਼ ਨੂੰ ਕੋਈ ਖਤਰਾ ਨਹੀਂ ਹੈਗਾ। ਹਾਂ, ਬਣਦੀ ਕਾਰਵਾਈ ਜੇ 307 ਬਣਦੀ ਹੈ, 302 ਬਣਦੀ ਹੈ, ਜਾਂ ਕੋਈ ਹੋਰ ਵੀ ਕੋਈ ਚੀਜ਼ ਬਣਦੀ ਹੈ, ਉਹ ਚੀਜ਼ ਕਰਨੀ ਚਾਹੀਦੀ ਸੀ। ਚਲੋ ਜੀ, ਕਰਨਾ ਕੀ ਚਾਹੀਦਾ ਕੀ ਨਹੀਂ ਚਾਹੀਦਾ ਇਹ ਤਾਂ ਚਲੋ ਦੇਖੋ, ਸਰਕਾਰ ਦਾ ਕੰਮ ਸਰਕਾਰ ਨੇ ਦੇਖਣਾ, ਉਹਨਾਂ ਨੂੰ ਆਪਣਾ ਕੰਮ ਵੇਖਣ ਦਿਓ। ਜੇ ਸਰਕਾਰ ਕੁਝ ਗਲਤ ਕਰ ਰਹੀ ਹੈ ਤਾਂ ਨੁਕਤਾਚੀਨੀ ਸਾਨੂੰ ਵੀ ਕਰਨੀ ਚਾਹੀਦੀ ਹੈ, ਤੁਹਾਨੂੰ ਵੀ ਕਰਨੀ ਚਾਹੀਦੀ ਹੈ, ਸਭ ਨੂੰ ਕਰਨੀ ਚਾਹੀਦੀ ਹੈ। ਲੇਕਿਨ ਜਦੋਂ ਅਜਨਾਲੇ ਦੇ ਪੁਲਿਸ ਥਾਣੇ 'ਤੇ ਹਮਲਾ ਹੋ ਜਾਂਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਢਾਲ ਬਣਾ ਕੇ ਥਾਣੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ, ਪੁਲਿਸ ਵਾਲਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਕਬਜ਼ਾ ਕਰ ਲਿਆ ਜਾਂਦਾ ਹੈ, ਉਸ ਮੁੱਦੇ ਦੇ ਉੱਤੇ ਵੀ ਇੱਕ ਕਾਰਵਾਈ ਹੋਈ। ਸ਼੍ਰੀ ਅਕਾਲ ਤਖਤ ਸਾਹਿਬ ਜਾਂ SGPC ਵੱਲੋਂ ਹੀ ਉਸ ਦਾ ਨੋਟਿਸ ਲਿਆ ਗਿਆ। ਉਹ ਕਾਰਵਾਈਆਂ ਕੀ ਸੀ? ਉਹ ਉਸ ਕਿਸਮ ਦੀਆਂ ਘਟਨਾਵਾਂ ਨੂੰ ਫਿਰ ਕਿਵੇਂ ਜੋ ਕਲਰਜੀ, ਸਿੱਖ ਕਲਰਜੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਦ ਹਾਈ ਪ੍ਰੀਸਟ ਜਿਹੜੇ ਹੈਗੇ ਨੇ, ਉਹ ਕਿਵੇਂ ਵੇਖਦੇ ਨੇ? ਤੋ ਅੱਜ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਰਲਗੜ ਨਾ ਕਰੀਏ, ਦੇਖੀਏ ਕਿ ਜਿੱਥੇ ਉਹਦਾ ਕਸੂਰ ਹੈ, ਦੇਖੋ ਅੰਮ੍ਰਿਤਪਾਲ ਦਾ ਜਿੱਥੇ ਕਸੂਰ ਹੈ ਉੱਥੇ ਹੈ। ਤੁਸੀਂ ਬਾਜੇ ਕੇ ਨੂੰ ਕਲੀਨ ਚਿੱਟ ਕਿਵੇਂ ਦੇ ਰਹੇ ਹੋ? ਜੇ ਕੋਈ ਆਦਮੀ ਗਲਤ ਕੰਮ ਕਰ ਰਿਹਾ ਹੈ, ਕੋਈ ਕੰਮ ਭੜਕਾ ਰਿਹਾ ਹੈ, ਕੋਈ ਗਲਤ ਐਕਟੀਵਿਟੀ ਦੇ ਵਿੱਚ ਇਨਵੋਲਵਡ ਹੈ, ਉਸ ਦੀ ਰਹਿਨੁਮਾਈ ਹੇਠ, ਉਸ ਦੀ ਅਗਵਾਈ ਹੇਠ
ਕੋਈ ਅਜਿਹੀ ਘਟਨਾ ਪੰਜਾਬ ਦੇ ਵਿੱਚ ਵਾਰਦਾਤ ਹੋ ਜਾਂਦੀ ਹੈ, ਅਪਰਾਧਿਕ ਵਾਰਦਾਤ ਹੁੰਦੀ ਹੈ, ਪੁਲਿਸ ਵਾਲਿਆਂ ਦੇ ਨਾਲ ਕੁੱਟਮਾਰ ਹੁੰਦੀ ਹੈ, ਥਾਣਿਆਂ ਦੇ ਵਿੱਚ ਤੋੜ-ਫੋੜ ਕੀਤੀ ਜਾਂਦੀ ਹੈ, ਕਬਜ਼ੇ ਕਰ ਲਏ ਜਾਂਦੇ ਨੇ, ਫਿਰ ਕਾਰਵਾਈ ਕਿਉਂ ਨਹੀਂ ਹੋਏਗੀ? ਜਸਟ ਇਸ ਵਾਸਤੇ ਕਿ ਇੱਕ ਉਹਨਾਂ ਨੇ ਇੱਕ ਧਾਰਮਿਕ ਸਰੂਪ ਉਸ ਇਕੱਠ ਦਾ ਬਣਾ ਲਿਆ, ਜਾਂ ਉਸ ਜਿਹੜੀ ਜੋ ਵੀ ਉਹ ਲੈ ਕੇ ਤੁਰ ਰਹੇ ਸੀ ਆਪਣੇ ਨਾਲ ਲੋਕਾਂ ਦਾ ਹਜੂਮ, ਉਸ ਨੂੰ ਇੱਕ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਲਗਾ ਲਈ ਹੋਵੇ ਤੇ ਉਸ ਦਾ ਕਿੱਡੇ ਵੱਡਾ ਅਬਿਊਜ਼ ਸੀ, ਇਸ ਚੀਜ਼ ਦੀ ਕਿੰਨੀ ਨਿੰਦਿਆ ਹੋਈ। ਸੋ ਅੱਜ ਉਸ ਚੀਜ਼ਾਂ ਨੂੰ ਤੁਸੀਂ ਸਾਈਡ ਤੇ ਨਹੀਂ ਰੱਖ ਕੇ ਆਈਸੋਲੇਸ਼ਨ ਵਿੱਚ ਦੇਖ ਸਕਦੇ ਹੋ, ਲੇਕਿਨ ਤੁਸੀਂ ਰਲਗੜ ਵੀ ਨਾ ਕਰੋ, ਸਾਰੀ ਚੀਜ਼ਾਂ ਨੂੰ ਰਲਗੜ ਨਾ ਕਰੋ। ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਆਪਾਂ ਕਿੰਤੂ ਪਰੰਤੂ ਕਰਦੇ ਹਾਂ, ਅਸੀਂ ਸਿਰਫ ਇਸ ਵਾਸਤੇ ਕਰਦੇ ਹਾਂ ਕਿਉਂਕਿ ਜੇ ਕੁਝ ਨਜਾਇਜ਼ ਹੋ ਰਿਹਾ ਉਹਨਾਂ ਲੋਕਾਂ ਦੇ ਨਾਲ ਜੋ ਕਿ ਇਸ ਘਟਨਾ ਚੱਕਰ ਦਾ ਸਿੱਧੇ ਤਰੀਕੇ ਨਾਲ ਹਿੱਸਾ ਨਹੀਂ ਨੇ, ਨਾ ਤਾਂ ਉਹਨਾਂ ਨੇ ਕੋਈ ਅਜਿਹੀ ਖੁਰਾਫਾਤ ਕੀਤੀ, ਨਾ ਕੋਈ ਸ਼ਰਾਰਤ ਕੀਤੀ, ਨਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ, ਕੋਈ ਪੱਤਰਕਾਰ ਸੀ, ਕੋਈ YouTube ਚੈਨਲ ਚਲਾ ਰਿਹਾ ਸੀ, ਕੋਈ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਧਰਪਕੜ ਨਜਾਇਜ਼ ਹੀ ਕਰਤੀ ਗਈ। ਕਿਸੇ ਨੇ ਜੇ ਅੰਮ੍ਰਿਤਪਾਲ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਵੀ ਕਰ ਲਈ ਤਾਂ ਉਸ ਨੂੰ ਵੀ ਤੁਸੀਂ ਕਲਪਰੇਟ ਬਣਾ ਕੇ ਉਸਦੇ ਘਰ ਦਬਿਸ਼ ਕਰ ਲਈ। ਉਸ ਤਰੀਕੇ ਦੀ ਗਤੀਵਿਧੀਆਂ ਦੀ ਜਿਹੜੀ ਨਿੰਦਿਆ ਕਰਨੀ ਵੀ ਬਣਦੀ ਹੈ, ਉਸ ਉੱਤੇ ਸਵਾਲ ਚੁੱਕਣੇ ਬਣਦੇ ਨੇ। ਲੇਕਿਨ ਤੁਸੀਂ ਕਹੋ ਜੀ ਨਹੀਂ, ਉਸ ਚੱਕਰ ਦੇ ਵਿੱਚ ਤੁਸੀਂ ਅੰਮ੍ਰਿਤਪਾਲ ਨੂੰ ਕਲੀਨ ਚਿੱਟ ਦੇ ਦਿਓ ਜਾਂ ਉਸਦੇ ਸਾਰੇ ਸਮਰਥਕਾਂ ਨੂੰ ਅਜਨਾਲੇ ਦੀ ਪੂਰੀ ਘਟਨਾ ਨੂੰ ਭੁੱਲ ਜਾਓ, ਤਾਂ ਮੈਨੂੰ ਲੱਗਦਾ ਉਹ ਆਪਣੇ ਆਪ ਦੇ ਵਿੱਚ ਵਾਜਿਬ ਨਹੀਂ ਹੈ। ਤਾਂ ਇਹ ਤਾਂ ਡਬਲ ਸਟੈਂਡਰਡਸ ਹੋ ਜਾਣਗੇ ਫਿਰ। ਤੇ ਮਤਲਬ ਆਪਾਂ ਤਾਂ ਘਟਨਾ ਵਾਈਜ਼ ਆਪਾਂ ਮੈਰਿਟ ਬੇਸਿਸ ਦੇ ਉੱਤੇ, ਕੇਸ ਟੂ ਕੇਸ ਬੇਸਿਸ ਦੇ ਉੱਤੇ ਐਗਜ਼ਾਮਿਨ ਕਰਨ ਦੀ ਕੋਸ਼ਿਸ਼ ਕਰ ਰਹੇ। ਜਿੱਥੇ ਜੋ ਚੀਜ਼ ਸਹੀ ਹੋਈ ਹੈ ਉਹ ਚੀਜ਼ ਉਸ ਨੂੰ ਸਹੀ ਕਹਿ ਲਈਏ, ਜਿੱਥੇ ਉਹ ਗਲਤ ਹੋਈ ਹੈ ਉਸ ਨੂੰ ਗਲਤ ਕਹਿ ਲਈਏ। ਮਤਲਬ ਇਹ ਨਹੀਂ ਹੈ ਕਿ ਜੇ ਇੱਕ ਬੰਦਾ ਇੱਕ ਥਾਂ 'ਤੇ ਸਹੀ ਹੈ ਤਾਂ ਹਰ ਥਾਂ ਦੇ ਉੱਤੇ ਸਹੀ ਸੀ। ਜੇ ਅੰਮ੍ਰਿਤਪਾਲ ਸਿੰਘ ਧਰਮ ਪ੍ਰਚਾਰ ਜਾਂ ਆਪਣੀਆਂ ਵਹੀਰਾਂ ਜਿਹੜੀਆਂ ਤੋੜਦਾ ਪਿਆ ਹੈ ਉਸ ਲਈ ਸਹੀ ਹੈ, ਤਾਂ ਇਸਦਾ ਮਤਲਬ ਇਹ ਨਹੀਂ ਵੀ ਅਜਨਾਲੇ ਦੀ ਜਿਹੜੀ ਉਸਨੇ ਵਾਇਲੈਂਸ ਕੀਤੀ ਹੈ, ਉਸਦੇ ਸਮਰਥਕਾਂ ਵੱਲੋਂ ਵਾਇਲੈਂਸ ਕੀਤੀ ਗਈ, ਉਸ ਲਈ ਵੀ ਉਸ ਨੂੰ ਤੁਸੀਂ ਕਲੀਨ ਚਿੱਟ ਦੇ ਦਿਓ। ਸੋ ਜਿੱਥੇ ਗਲਤੀ ਹੈ ਉੱਥੇ ਮੰਨਣੀ ਪੈਣੀ ਹੈ, ਜਿੱਥੇ ਗਲਤੀ ਨਹੀਂ ਉੱਥੇ ਨਹੀਂ ਮੰਨਣੀ ਪੈਣੀ। ਇਹ ਤਾਂ ਗੱਲਾਂ ਬਾਤਾਂ ਨੂੰ ਆਪਾਂ ਮਿਕਸ ਕਰ ਵੀ ਨਹੀਂ ਸਕਦੇ। ਮੈਰਿਟ ਦੇ ਉੱਤੇ ਹੀ ਕੇਸ ਟੂ ਕੇਸ ਬੇਸਿਸ ਦੇ ਉੱਪਰ ਚੀਜ਼ਾਂ ਨੂੰ ਸਟੱਡੀ ਕਰੀਏ ਤਾਂ ਬੈਟਰ ਹੋਏਗਾ ਆਬਜੈਕਟਿਵਲੀ। ਠੀਕ, ਇੱਕ ਵਾਰੀ ਗੱਲ ਇਹ ਗੱਲ ਸਾਹਮਣੇ ਆ ਰਹੀ ਹੈ, ਕਿਹਾ ਜਾ ਰਿਹਾ ਵੀ ਜਿਹੜਾ ਵਿਰੋਧੀ ਹੈ ਉਹ ਤਾਕਤਾਂ ਹੈਗੀਆਂ, ਉਹ ਜੇ ਚਲਾਕ ਹੈ, ਜੇ ਸ਼ਾਤਰ ਹੈ ਤਾਂ ਤੁਹਾਨੂੰ ਠੰਡਾ ਰਹਿਣਾ ਚਾਹੀਦਾ, ਕੌਮ ਨੂੰ ਜਜ਼ਬਾਤੀ ਨਹੀਂ ਹੋਣਾ ਚਾਹੀਦਾ। ਇਹਦੇ 'ਚ ਵਿਰੋਧੀ ਫਿਰ ਕਿਹੜਾ ਹੋਇਆ? ਉਹ ਤਾਕਤਾਂ ਕਿਹੜੀਆਂ ਹੋਈਆਂ ਜਿਹੜੀਆਂ ਜਿਵੇਂ ਉਹ ਕਹਿ ਰਿਹਾ ਵੀ ਸਿੱਖ ਕੌਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਕਹਿ ਲਓ ਵੀ ਇੱਕ ਪ੍ਰੋਪੋਗੈਂਡਾ ਉਹਨਾਂ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਇਹ ਤਾਂ ਹੁਣ ਜਥੇਦਾਰ ਸਾਹਿਬ ਹੀ ਦੱਸ ਸਕਦੇ ਹੈਗੇ ਨੇ, ਕਿਉਂਕਿ ਇਹੀ ਇਸ਼ੂ ਬਣਾ ਕੇ ਤਾਂ ਇੱਕ ਬਹੁਤ ਵੱਡਾ ਨੈਰੇਟਿਵ ਵੀ ਖੜਾ ਕੀਤਾ ਜਾਂਦਾ ਹੈ, ਕੀਤਾ ਗਿਆ ਹੈ। ਸੋ ਹੁਣ ਪਤਾ ਨਹੀਂ, ਸਮਝ ਨਹੀਂ ਆਉਂਦਾ ਵੀ ਸ਼ੁਰੂਆਤ ਕਿਹੜੇ ਪਾਸਿਓਂ ਹੋ ਰਹੀ ਹੈ। ਪਹਿਲਾਂ ਤੁਸੀਂ ਇੱਕ ਕੌਨਸਪੀਰੇਸੀ ਥਿਊਰੀ ਲਿਆਓ ਜੀ, ਇੱਥੇ ਸਟੇਟ ਨੇ, ਡੀਪ ਸਟੇਟ ਨੇ ਤੁਹਾਨੂੰ ਟਾਰਗੇਟ ਕਰਨ ਦੀ ਕੋਸ਼ਿਸ਼, ਮਤਲਬ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਨਾ ਖੁੱਲ੍ਹ ਕੇ ਕਰਨੀਆਂ ਚਾਹੀਦੀਆਂ ਨੇ। ਤੇ ਜਥੇਦਾਰ ਸਾਹਿਬ ਹੈਜ਼ ਬੀਨ ਡੂਇੰਗ ਇਟ ਵੈਰੀ ਓਪਨਲੀ। ਤੁਸੀਂ ਯਾਦ ਹੋਏਗਾ ਜਦੋਂ ਪਿਛਲਾ ਸਾਲ ਜਦੋਂ 2022 ਦੇ ਵਿੱਚ ਚੋਣਾਂ ਸਨ, ਸੋ ਜਨਵਰੀ ਦੇ ਮਹੀਨੇ ਦੇ ਵਿੱਚ ਇੱਕ ਪੰਥਕ ਇਕੱਠ ਸੱਦਿਆ ਗਿਆ ਸੀ। ਉਹ ਇੱਕ ਬਹੁਤ ਹੀ ਇਤਿਹਾਸਿਕ ਇਕੱਠ ਸੀ ਤੇ ਉਸ ਦੇ ਵਿੱਚ ਖੁੱਲ੍ਹੇ ਤੌਰ 'ਤੇ ਕੇਂਦਰ ਸਰਕਾਰ, BJP ਸਰਕਾਰ, RSS ਨੂੰ ਭੰਡਿਆ ਸੀ ਜਥੇਦਾਰ ਸਾਹਿਬ ਨੇ, ਤੇ ਕਿਹਾ ਸੀ ਵੀ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਗਲਤ ਕਿਸਮ ਦਾ ਇੱਕ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਜਥੇਦਾਰ ਸਾਹਿਬ ਸੀ। ਉਸ ਤੋਂ ਬਾਅਦ ਜਦੋਂ ਅਮਿਤ ਸ਼ਾਹ ਆਉਂਦੇ ਨੇ, ਅੰਮ੍ਰਿਤਸਰ ਪੰਜਾਬ ਆਉਂਦੇ ਨੇ, ਉਹਨਾਂ ਨਾਲ ਮੁਲਾਕਾਤ ਵੀ ਇਹਨਾਂ ਹੀ ਜਥੇਦਾਰ ਸਾਹਿਬ ਨੇ ਕੀਤੀ। ਸੋ ਜਥੇਦਾਰ ਸਾਹਿਬ ਕਲੀਅਰ ਕਰਕੇ ਦੱਸਣਗੇ ਜਾਂ ਦੱਸਣਾ ਚਾਹੀਦਾ ਉਹਨਾਂ ਨੂੰ ਕਿ ਉਹ ਕਿਹੜੀਆਂ ਸ਼ਕਤੀਆਂ, ਤਾਕਤਾਂ ਦੀ ਗੱਲ ਕਰ ਰਹੇ ਨੇ। ਲੇਕਿਨ ਉਹ ਕੁਝ ਡੀਪ ਸਟੇਟ ਦੀ ਗੱਲ ਕਰ ਰਹੇ ਹੋ ਸਕਦੇ ਨੇ, ਉਹ ਕੁਝ ਅਜਿਹੀਆਂ ਨਾ ਦਿਸਣ ਵਾਲੀਆਂ ਤਾਕਤਾਂ ਦੀ ਗੱਲ ਕਰ ਰਹੇ ਹੋ ਸਕਦੇ ਨੇ। ਲੇਕਿਨ ਮੈਨੂੰ ਲੱਗਦਾ ਇਸ ਤਰੀਕੇ ਦੇ ਸੰਸੇ ਪਹਿਲਾਂ ਵੀ ਬਹੁਤ ਲੋਕਾਂ ਵੱਲੋਂ ਕਈ ਵਾਰ ਖੜੇ ਕਰਤੇ ਜਾਂਦੇ ਨੇ। ਅੰਮ੍ਰਿਤਪਾਲ ਦਾ ਪੂਰਾ ਨੈਰੇਟਿਵ ਇਸ ਕਹਾਣੀ ਦੇ ਇਰਦ ਗਿਰਦ ਬਣਦਾ ਸੀ। ਹੁਣ ਜਦੋਂ ਕਿ ਇੱਕ ਕਾਰਵਾਈ ਹੋ ਰਹੀ ਹੈ ਜਿਸ ਦੇ ਵਿੱਚ ਕਿ ਅਸੀਂ ਵੀ ਮਹਿਸੂਸ ਕਰਦੇ ਹਾਂ ਐਜ਼ ਨਿਰਪੱਖ ਪੱਤਰਕਾਰ, ਇੰਡੀਪੈਂਡੈਂਟ ਜਰਨਲਿਸਟ, ਅਸੀਂ ਮਹਿਸੂਸ ਕਰਦੇ ਹਾਂ ਕਿ ਸਰਕਾਰ ਜਿਸ ਤਰੀਕੇ ਦੇ ਹੱਥਕੰਡੇ ਅਪਣਾਏ ਉਸਨੇ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਦੇ ਖਿਲਾਫ, ਕਾਰਵਾਈ ਨੂੰ ਤਾਂ ਅਸੀਂ ਬਿਲਕੁਲ ਗਲਤ ਨਹੀਂ ਮੰਨਦੇ, ਸਿੱਧੀ ਜੀ ਗੱਲ ਹੈ। ਲੇਕਿਨ ਉਸ ਕਾਰਵਾਈ ਦੇ ਨਾਂ ਉੱਤੇ ਹੋਰ ਲੋਕਾਂ ਦੇ ਉੱਤੇ ਵੀ ਦਬਿਸ਼ ਕੀਤੀ ਗਈ। ਸਾਡਾ ਕ੍ਰਿਟਿਸਿਜ਼ਮ ਉਸ ਹੱਦ ਤੱਕ ਲਿਮਿਟ ਕਰਦਾ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਹੈ ਉਹ ਅਦਾਲਤਾਂ ਦੇ ਵਿੱਚ ਹੈ। ਹੁਣ ਅਦਾਲਤਾਂ ਦੇ ਵਿੱਚ ਅੰਮ੍ਰਿਤਪਾਲ ਨੇ, ਉਸਦੇ ਸਮਰਥਕਾਂ ਨੇ ਲੜਾਈ ਲੜਨੀ ਹੈ। ਅਦਾਲਤਾਂ ਦੇ ਵਿੱਚ ਉਹ ਸਹੀ ਨੇ, ਗਲਤ ਨੇ, ਉਸ ਨੂੰ ਸਾਬਤ ਕਰਨਾ ਹੈ, ਕਿਉਂਕਿ ਪੁਲਿਸ ਤਾਂ ਅਦਾਲਤਾਂ ਦੇ ਵਿੱਚ FIRਾਂ ਜਾਂ ਉਹ ਜਿਹੜੇ ਚਾਰਜਸ ਲਾਏ ਗਏ ਨੇ ਅਜਨਾਲੇ ਦੀ ਘਟਨਾ ਤੋਂ ਬਾਅਦ ਉਹਨਾਂ ਦੇ ਉੱਤੇ, ਉਹ ਲੈ ਕੇ ਆਪਣੀ ਸਾਰੇ ਸਬੂਤ ਪਹੁੰਚੇਗੀ ਤੇ ਉਹਨਾਂ ਕੋਲ ਵੀ ਮੌਕਾ ਹੋਏਗਾ। ਇਹ ਚੀਜ਼ਾਂ ਅਦਾਲਤਾਂ ਨੇ ਸਪਸ਼ਟ ਕਰਨੀਆਂ ਨੇ। ਅਸੀਂ ਕੋਈ ਨਹੀਂ ਹੁੰਦੇ ਕਲੀਨ ਚਿੱਟਾਂ ਦੇਣ ਵਾਲੇ, ਕਿਸੇ ਨੂੰ ਕੋਈ ਸਰਟੀਫਿਕੇਟ ਦੇਣ ਵਾਲੇ। ਸੋ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਤਾਂ ਉਹਨਾਂ ਸਵਾਲਾਂ ਉੱਤੇ ਜਾਂ ਉਹਨਾਂ ਗੱਲਾਂ ਜਾਂ ਬਿੰਦੂਆਂ, ਨੁਕਤਿਆਂ ਦੇ ਉੱਤੇ ਸਵਾਲ ਚੁੱਕ ਸਕਦੇ ਹਾਂ ਜਿੱਥੇ ਕਿ ਸਾਨੂੰ ਲੱਗਦਾ ਹੈ ਕਿ ਤੁਸੀਂ ਸਿਵਲ ਲਿਬਰਟੀਜ਼, ਸਿਵਲ ਸੁਸਾਇਟੀ ਦੀ ਲਿਬਰਟੀਜ਼ ਨੂੰ, ਪੱਤਰਕਾਰਾਂ ਨੂੰ, ਮੀਡੀਆ ਨੂੰ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ। ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਤੇ ਜਿਹੜੀ ਵੀ ਚੀਜ਼ ਸਰਕਾਰ ਹੁੰਦੇ ਹੋਏ ਅਧਿਕਾਰਿਤ ਤੁਹਾਡੇ ਕੋਲ ਤਾਕਤ ਤੁਹਾਨੂੰ ਬਖਸ਼ੀ ਹੈ, ਤੁਸੀਂ ਕੋਈ ਫਰਾਰ ਜਾਂ ਭਗੌੜੇ ਕਿਰਦਾਰ ਨਹੀਂ ਹੋ, ਤੁਸੀਂ ਸਰਕਾਰਾਂ ਹੋ। ਤੁਹਾਨੂੰ ਚੀਜ਼ਾਂ ਨੂੰ ਨਿਖੇਰ ਕੇ ਅਧਿਕ੍ਰਿਤ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਣ ਦੀ ਲੋੜ ਹੈ। ਤੇ ਜੇ ਉਹ ਚੀਜ਼ਾਂ ਨਹੀਂ ਕਈ ਵਾਰ ਆਉਂਦੀਆਂ
ਜਾਂ ਸੰਸੇ ਖੜੇ ਕਰਨ ਵਾਲੀਆਂ ਗੱਲਾਂ ਬਾਤਾਂ ਜੇ ਇੱਕ ਧਿਰ ਵੱਲੋਂ ਕੀਤੀਆਂ ਜਾਂਦੀਆਂ ਹਨ, ਸਰਕਾਰ ਉਹ ਉਸ ਚੀਜ਼ ਦੇ ਵਿੱਚ ਇੰਡਲਜ ਨਹੀਂ ਕਰ ਸਕਦੀ। ਸੋ ਸਰਕਾਰ ਨੂੰ ਬਹੁਤ ਹੀ ਸਫਾਈ ਤੇ ਸਪਸ਼ਟਤਾ ਦੇ ਨਾਲ ਆਪਣਾ ਰੁਖ ਕਲੀਅਰ ਕਰਦੇ ਹੋਏ ਸਾਹਮਣੇ ਆਉਣ ਦੀ ਲੋੜ ਹੈ ਹਰ ਨੁਕਤੇ ਤੇ ਹਰ ਵਿਸ਼ੇ ਉੱਤੇ। ਇਹ ਸਟੇਟ ਲਈ ਜਾਂ ਉਹਨਾਂ ਦੀ ਅਥਾਰਟੀ ਲਈ ਜੋ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਹੈ ਉਸ ਲਈ ਜ਼ਰੂਰੀ ਹੈ। ਇਸ ਵਾਸਤੇ ਸਾਡੀ ਨੁਕਤਾਚੀਨੀ ਹੈ। ਬਾਕੀ ਅੰਮ੍ਰਿਤਪਾਲ ਉੱਤੇ ਉਸਦੇ ਸਮਰਥਕਾਂ ਦੇ ਉੱਤੇ ਉਹਦੇ ਖਿਲਾਫ ਜਿਹੜਾ ਵੀ ਕਾਰਵਾਈ ਹੈ, ਮੈਨੂੰ ਲੱਗਦਾ ਜਥੇਦਾਰ ਵੀ ਇਸ ਮੁੱਦੇ ਤੇ ਕਲੀਅਰ ਹੋਣਗੇ ਕਿ ਜੋ ਕੁਛ ਅਜਨਾਲੇ ਦੀ ਘਟਨਾ ਹੋਈ ਉਹਨਾਂ ਘਟਨਾਵਾਂ ਲਈ ਤੁਸੀਂ ਕਿਤੇ ਵੀ ਅੰਮ੍ਰਿਤਪਾਲ ਜਾਂ ਉਸਦੇ ਸਮਰਥਕਾਂ ਜਾਂ ਉਸ ਭੀੜ ਨੂੰ ਜਸਟੀਫਾਈ ਨਹੀਂ ਕਰ ਸਕਦੇ, ਉਹਨਾਂ ਨੂੰ ਸਹੀ ਨਹੀਂ ਠਹਿਰਾ ਸਕਦੇ ਹੋ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ।